ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਜਨਵਰੀ ਮਹੀਨੇ ਕੈਨੇਡਾ ਦੀ ਆਰਥਿਕਤਾ ਨੂੰ ਮਿਲਿਆ ਹੁਲਾਰਾ, ਹੌਲੀ-ਹੌਲੀ ਹੋ ਰਿਹਾ ਸੁਧਾਰ। ਹੁਣ ਬੱਚਿਆਂ ਦੇ ਵੀ ਲੱਗਣਗੇ ਕਰੋਨਾ ਟੀਕੇ। ਫਾਈਜ਼ਰ ਨੇ ਦੱਸਿਆ ਕਿ ਬੱਚਿਆਂ ਤੇ ਵੀ ਟੀਕਾ ਸੁਰੱਖਿਅਤ। ਸਸਕੈਚੁਆਨ ਦੇ ਵਿੱਚ ਆਇਆ ਬਰਫੀਲਾ ਤੂਫਾਨ, ਪੰਜਾਬੀ ਦੀ ਹੋਈ ਮੌਤ। BC ਪਾਬੰਦੀਆਂ ਦੇ ਘੰਟੇ ਬਾਅਦ ਹੀ ਹੋਈ ਪਾਰਟੀ। ਹੋਟਲ ਵਾਲੇ ਪਾਰਟੀ ਵਿੱਚ ਸ਼ਾਮਿਲ ਸਟਾਫ ਮੈਂਬਰਾਂ ਨੂੰ ਕੱਢਣਗੇ ਨੌਕਰੀ ਤੋਂ। ਸਰੀ ਦੀਆਂ ਪਾਬੰਦੀਆਂ ਦੇ ਨਾਲ ਹੋਵੇਗਾ ਨੁਕਸਾਨ, ਹੋਟਲ ਤੇ ਪੱਬ ਵਾਲਿਆਂ ਨੇ ਦੱਸੀ ਪਰੇਸ਼ਾਨੀ। ਕਰੋਨਾ ਵਾਇਰਸ ਦਾ ਅਸਰ ਵੱਖ-ਵੱਖ ਚੀਜ਼ਾਂ ਦੇ ਉੱਪਰ ਪਿਆ। ਇਸ ਦਾ ਹੀ ਪ੍ਰਭਾਵ ਜਿਹੜਾ ਕੈਨੇਡਾ ਦੀ ਆਰਥਿਕਤਾ ਦੇ ਉੱਪਰ ਵੀ ਦੇਖਣ ਨੂੰ ਮਿਲਿਆ। ਪਰ ਇੱਕ ਚੰਗੀ ਗੱਲ ਹੈ ਕਿ ਕੈਨੇਡਾ ਦੀ ਜਿਹੜੀ ਇਕਨੋਮੀ ਹੈ ਉਸ ਦੇ ਵਿੱਚ ਹੌਲੀ-ਹੌਲੀ ਕਰਕੇ ਸੁਧਾਰ ਦੇਖਣ ਦੇ ਵਿੱਚ ਨਜ਼ਰ ਆ ਰਿਹਾ ਹੈ। ਉਧਰ ਜੇਕਰ ਜਨਵਰੀ ਮਹੀਨੇ ਦੀ ਗੱਲ ਕਰੀਏ ਤਾਂ ਕੈਨੇਡਾ ਦੀ ਇਕਨੋਮੀ 0.7% ਦੇ ਨਾਲ ਵਧੀ ਹੈ। ਕੈਨੇਡਾ ਦੀ ਆਰਥਿਕਤਾ ਜਨਵਰੀ ਮਹੀਨੇ 0.7% ਵੱਧ ਹੋਈ ਹੈ। ਦਸੰਬਰ ਮਹੀਨੇ ਰੀਅਲ ਗ੍ਰੌਸ ਡੋਮੈਸਟਿਕ ਪ੍ਰੋਡਕਟ ਦੇ ਵਿੱਚ 0.1% ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਏਜੰਸੀ ਪ੍ਰੀਲਿਮਿਨਰੀ ਐਸਟੀਮੇਟ ਵੀ 0.5% ਦੇ ਨਾਲ ਵਧਿਆ। ਪਿਛਲੇ ਸਾਲ ਮਾਰਚ ਅਤੇ ਅਪ੍ਰੈਲ ਮਹੀਨੇ ਬਾਅਦ ਇਹ 9ਵਾਂ ਮਹੀਨਾ ਹੈ ਜਦੋਂ ਕੈਨੇਡਾ ਦੀ ਇਕਨੋਮੀ ਦੇ ਵਿੱਚ ਸੁਧਾਰ ਹੋਇਆ ਹੋਵੇ। ਦੱਸ ਦਈਏ ਕਿ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਪੈਂਡੈਮਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਵਰੀ ਮਹੀਨੇ ਤੋਂ ਇਹ ਅਜੇ ਵੀ 3% ਘੱਟ ਹੈ। ਜਨਵਰੀ ਮਹੀਨੇ ਮੈਨੂਫੈਕਚਰਿੰਗ, ਕੰਸਟਰਕਸ਼ਨ ਅਤੇ ਰੀਅਲ ਸਟੇਟ ਵੱਲੋਂ ਆਰਥਿਕਤਾ ਦੇ ਵਿੱਚ ਯੋਗਦਾਨ ਪਾਇਆ ਗਿਆ। ਜਨਵਰੀ ਮਹੀਨੇ ਮੈਨੂਫੈਕਚਰਿੰਗ ਸੈਕਟਰ 1.9% ਵੱਧ ਹੋਇਆ। ਉਮੀਦ ਤੋਂ ਵੱਧ ਸੁਧਾਰ ਇੱਕ ਚੰਗਾ ਸੰਕੇਤ ਹੈ। ਜਨਵਰੀ ਮਹੀਨੇ ਦੌਰਾਨ ਹੋਲਸੇਲ ਟ੍ਰੇਡ ਦੀ ਗੱਲ ਕਰੀਏ ਤਾਂ ਉਹ 3.9% ਵੱਧ ਰਿਹਾ। ਇਸ ਦੇ ਨਾਲ ਹੀ ਕੰਸਟਰਕਸ਼ਨ ਦੇ ਵਿੱਚ ਵੀ 1.5% ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵੀ ਸਨ ਜਿਹੜੀਆਂ ਪ੍ਰਭਾਵਿਤ ਹੋਈਆਂ। ਕੱਪੜਿਆਂ ਵਾਲੇ ਸਟੋਰਾਂ ਦੇ ਉੱਪਰ ਇਸ ਦਾ ਮਾੜਾ ਪ੍ਰਭਾਵ ਪਿਆ, ਜਿਨ੍ਹਾਂ ਨੂੰ 17% ਦਾ ਘਾਟਾ ਹੋਇਆ ਹੈ। ਇਸੇ ਦੌਰਾਨ ਇਹ ਵੀ ਦੇਖਿਆ ਗਿਆ ਕਿ ਜਨਰਲ ਮਰਚੈਂਡਾਈਜ਼ ਸਟੋਰ ਜਿਹੜੇ ਨੇ ਉਹ 3.3% ਦੇ ਨਾਲ ਵਧੇ। ਅਕੋਮੋਡੇਸ਼ਨ ਅਤੇ ਫੂਡ ਸਰਵਿਸਿਜ਼ 3% ਘੱਟ ਹੋਈਆਂ। ਇਹ ਵੀ ਜਨਵਰੀ ਮਹੀਨੇ ਦੌਰਾਨ ਹੀ ਦੇਖਿਆ ਗਿਆ। ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਵੱਲੋਂ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਇਹ ਟੀਕਾ ਜਾਣੀ ਕਿ ਫਾਈਜ਼ਰ ਦਾ ਟੀਕਾ ਬੱਚਿਆਂ ਨੂੰ ਵੀ ਲਗਾਇਆ ਜਾ ਸਕੇਗਾ। ਜੀ ਹਾਂ, ਬੱਚਿਆਂ ਦੇ ਉੱਪਰ ਇਸ ਟੀਕੇ ਦਾ ਟ੍ਰਾਇਲ ਕੀਤਾ ਜਾ ਰਿਹਾ ਸੀ। ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬੱਚਿਆਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਪਾਇਆ ਗਿਆ। ਕਿਸੇ ਦੇ ਉੱਪਰ ਵੀ ਇਸ ਦਾ ਮਾੜਾ ਪ੍ਰਭਾਵ ਅਸਰ ਦੇਖਣ ਨੂੰ ਨਹੀਂ ਮਿਲਿਆ। ਸੋ ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਫਾਈਜ਼ਰ ਦਾ ਟੀਕਾ ਬੱਚਿਆਂ ਨੂੰ ਵੀ ਲਗਾਇਆ ਜਾ ਸਕੇਗਾ। ਕੋਵਿਡ-19 ਵੈਕਸੀਨ ਬਣਾਉਣ ਵਾਲੀਆਂ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਬੱਚਿਆਂ ਦੇ ਉੱਪਰ ਟ੍ਰਾਇਲ ਕੀਤੇ ਜਾ ਰਹੇ ਸਨ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਦਾ ਟੀਕਾ ਬੱਚਿਆਂ ਦੇ ਉੱਪਰ ਵੀ ਸੁਰੱਖਿਅਤ ਹੈ ਜਾਂ ਫਿਰ ਨਹੀਂ। ਅਜਿਹਾ ਹੀ ਫਾਈਜ਼ਰ ਵੱਲੋਂ ਵੀ ਕਰਵਾਇਆ ਗਿਆ, ਜਿੱਥੇ ਉਹਨਾਂ ਵੱਲੋਂ ਬੱਚਿਆਂ ਦੇ ਉੱਪਰ ਟ੍ਰਾਇਲ ਕਰਵਾਇਆ ਗਿਆ, ਜਿਸ ਦਾ ਨਤੀਜਾ ਸਾਹਮਣੇ ਆਇਆ। ਫਾਈਜ਼ਰ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹਨਾਂ ਦਾ ਬਣਾਇਆ ਕੋਵਿਡ-19 ਟੀਕਾ ਬੱਚਿਆਂ ਦੇ ਲਈ ਵੀ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ। ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦਾ ਕੋਵਿਡ-19 ਵੈਕਸੀਨ 12 ਸਾਲ ਤੱਕ ਦੇ ਬੱਚਿਆਂ ਦੇ ਲਈ ਪੂਰੀ ਤਰ੍ਹਾਂ ਸੇਫ ਹੈ। ਦੱਸੀਏ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਬੱਚਿਆਂ ਦਾ ਸਕੂਲ ਜਾਣਾ ਬੰਦ ਹੋ ਗਿਆ ਹੈ। ਇਸੇ ਦੌਰਾਨ ਜੋ ਫਾਰਮਾਸਿਊਟੀਕਲ ਕੰਪਨੀ ਵੱਲੋਂ ਐਲਾਨ ਕੀਤਾ ਗਿਆ ਕਿ ਬੱਚਿਆਂ ਦੇ ਉੱਪਰ ਉਹਨਾਂ ਦਾ ਟੀਕਾ ਸੁਰੱਖਿਅਤ ਹੈ, ਇਸ ਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਮੁੜ ਤੋਂ ਸਕੂਲਾਂ ਨੂੰ ਖੋਲ੍ਹਿਆ ਜਾ ਸਕਦਾ ਹੈ, ਕਿਉਂਕਿ ਸਕੂਲ ਜਾਣ ਤੋਂ ਪਹਿਲਾਂ ਇਹਨਾਂ ਬੱਚਿਆਂ ਨੂੰ ਕੋਵਿਡ-19 ਵੈਕਸੀਨ ਡੋਜ਼ ਲਗਾਇਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਫਾਈਜ਼ਰ ਵੈਕਸੀਨ 16 ਸਾਲ ਜਾਂ ਫਿਰ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਇਆ ਜਾ ਸਕਦਾ ਹੈ। ਪਰ ਜੇਕਰ ਪੈਂਡੈਮਿਕ ਨੂੰ ਕੰਟਰੋਲ ਦੇ ਵਿੱਚ ਕਰਨਾ ਹੈ, ਜਾਣੀ ਕਿ ਇਸ ਦੇ ਫੈਲਾਅ ਨੂੰ ਰੋਕਣਾ ਹੈ, ਤਾਂ ਫਿਰ ਬੱਚਿਆਂ ਦੇ ਲਈ ਵੀ ਟੀਕਾ ਹੋਣਾ ਜ਼ਰੂਰੀ ਸੀ। ਫਾਈਜ਼ਰ ਵੈਕਸੀਨ ਵੱਲੋਂ ਇਸ ਦੇ ਨਾਲ ਸੰਬੰਧਿਤ ਜੋ ਸਾਰੀ ਜਾਣਕਾਰੀ ਦਿੱਤੀ ਗਈ, ਉਸ ਦੇ ਮੁਤਾਬਕ ਅਮਰੀਕਾ ਦੇ ਵਿੱਚ 2260 ਦੇ ਕਰੀਬ 12 ਸਾਲ ਤੋਂ ਲੈ ਕੇ 15 ਸਾਲ ਤੱਕ ਵਾਲਿਆਂ ਤੇ ਟ੍ਰਾਇਲ ਕੀਤਾ ਗਿਆ। ਜੋ ਟ੍ਰਾਇਲ ਕੀਤਾ ਗਿਆ ਉਸ ਦੇ ਵਿੱਚ ਇਹ ਪਤਾ ਚੱਲਿਆ ਜਿਨ੍ਹਾਂ ਨੂੰ ਪੂਰੀਆਂ ਡੋਜ਼ਸ ਲਗਾਈਆਂ ਗਈਆਂ, ਉਹਨਾਂ ਵਿੱਚੋਂ ਕਿਸੇ ਦੇ ਉੱਪਰ ਵੀ ਸਾਈਡ ਇਫੈਕਟ ਦੇਖਣ ਦਾ ਮਾਮਲਾ ਸਾਹਮਣੇ ਨਹੀਂ ਆਇਆ, ਜਿਸ ਦਾ ਮਤਲਬ ਹੈ ਕਿ ਕਿਸੇ ਦੇ ਉੱਪਰ ਵੀ ਇਸ ਟੀਕੇ ਦਾ ਕੋਈ ਗਲਤ ਪ੍ਰਭਾਵ ਨਹੀਂ ਦਿਖਾਈ ਦਿੱਤਾ। ਸਸਕੈਚੁਆਨ ਦੇ ਵਿੱਚ ਬਰਫੀਲੇ ਤੂਫਾਨ ਦੇ ਕਾਰਨ ਇੱਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਪੰਜਾਬੀ ਨੌਜਵਾਨ ਦੀ ਪਹਿਚਾਣ ਕਿਰਪਾਲ ਸਿੰਘ ਗਿੱਲ ਦੇ ਤੌਰ ਦੇ ਉੱਪਰ ਦੱਸੀ ਗਈ, ਜੋ ਕਿ ਟਰੱਕ ਡਰਾਈਵਰ ਸੀ। ਵਿਨੀਪੈਗ ਦੇ ਨਾਲ ਸੰਬੰਧਿਤ ਇਹ ਦੱਸਿਆ ਗਿਆ, ਜਿਹੜਾ ਬ੍ਰਿਟਿਸ਼ ਕੋਲੰਬੀਆ ਵੱਲ ਜਾ ਰਿਹਾ ਸੀ। ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ, ਜੋ ਕਿ 2017 ਦੇ ਦੌਰਾਨ ਕੈਨੇਡਾ ਗਿਆ ਸੀ।
ਕੈਨੇਡਾ ਦੇ ਵਿੱਚ ਖਰਾਬ ਮੌਸਮ ਬਰਫ਼ਬਾਰੀ ਦੇ ਚੱਲਦਿਆਂ ਕਈ ਸੜਕ ਹਾਦਸੇ ਵਾਪਰ ਰਹੇ ਹਨ। ਅਜਿਹੇ ਵਿੱਚ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰੋਂ ਬਾਹਰ ਨਿਕਲਦੇ ਸਮੇਂ ਸਾਵਧਾਨੀ ਵਰਤਣ। ਸਸਕੈਚੁਆਨ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਖਰਾਬ ਮੌਸਮ ਬਰਫੀਲੇ ਤੂਫਾਨ ਨੇ ਇੱਕ ਪੰਜਾਬੀ ਦੀ ਜਾਨ ਲੈ ਲਈ ਹੈ। ਜੀ ਹਾਂ, ਇਸ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ। ਇਸ ਭਿਆਨਕ ਐਕਸੀਡੈਂਟ ਦੇ ਵਿੱਚ ਜਿਸ ਦੀ ਜਾਨ ਗਈ ਹੈ ਉਸ ਦਾ ਨਾਮ ਕਿਰਪਾਲ ਸਿੰਘ ਗਿੱਲ ਦੱਸਿਆ ਗਿਆ। ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਕੈਨੇਡਾ ਦੇ ਸੂਬੇ ਸਸਕੈਚੁਆਨ ਦੇ ਵਿੱਚ ਬਰਫੀਲਾ ਤੂਫਾਨ ਆਇਆ। ਇਸ ਦੌਰਾਨ ਦੱਸਿਆ ਗਿਆ ਕਿ ਜਿਸ ਪੰਜਾਬੀ ਦੀ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਹ ਵਿਨੀਪੈਗ ਦੇ ਨਾਲ ਸੰਬੰਧਿਤ ਹੈ। ਸਸਕੈਚੁਆਨ ਦੇ ਸ਼ਹਿਰ ਚਾਪਲਿਨ ਲਾਗੇ ਹਾਈਵੇ 1 ਤੇ ਭਿਆਨਕ ਟਰੱਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਨੌਜਵਾਨ ਕਿਰਪਾਲ ਸਿੰਘ ਗਿੱਲ ਦੀ ਮੌਤ ਹੋ ਗਈ। ਪੰਜਾਬ ਦੇ ਵਿੱਚ ਇਹ ਨੌਜਵਾਨ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਦਾ ਹੈ। 2017 ਦੇ ਵਿੱਚ ਇਹ ਕੈਨੇਡਾ ਆਇਆ ਸੀ। ਦੱਸ ਦਈਏ ਕਿ ਇਹ ਨੌਜਵਾਨ ਬ੍ਰਿਟਿਸ਼ ਕੋਲੰਬੀਆ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਇਸ ਦੌਰਾਨ ਜੋ ਨੌਜਵਾਨ ਦੇ ਨਾਲ ਟੀਮ ਡਰਾਈਵਰ ਮੌਜੂਦ ਸੀ ਉਸ ਨੂੰ ਵੀ ਸੱਟਾਂ ਆਈਆਂ ਨੇ, ਜਾਣੀ ਕਿ ਉਹ ਜ਼ਖਮੀ ਹੋਇਆ ਹੈ। ਅਜੇ ਇਸ ਬਾਰੇ ਇੰਨੀ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਵੱਲੋਂ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਅਜਿਹੇ ਮੌਸਮ ਦੇ ਚੱਲਦਿਆਂ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ। ਜੇਕਰ ਬਹੁਤ ਜ਼ਰੂਰੀ ਕੰਮ ਹੈ ਤਦ ਹੀ ਘਰਾਂ ਤੋਂ ਬਾਹਰ ਨਿਕਲਣ। ਇਸ ਮੌਕੇ ਤੇ ਵੀ ਖਾਸ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਜਿਵੇਂ ਕਿ ਡਰਾਈਵਿੰਗ ਸਲੋ ਕੀਤੀ ਜਾਵੇ, ਆਪਣੇ ਵਾਹਨ ਨੂੰ ਹੌਲੀ ਚਲਾਇਆ ਜਾਵੇ। ਇੱਕ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੱਲ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਤੇ ਦੂਜੇ ਪਾਸੇ ਇਸ ਤੋਂ 1 ਘੰਟੇ ਬਾਅਦ ਪਾਰਟੀ ਕੀਤੀ ਗਈ ਜਿਸ ਵਿੱਚ ਕਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕੀਤਾ ਗਿਆ। ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੀਆਂ ਧੱਜੀਆਂ ਉਡਾਈਆਂ ਗਈਆਂ। ਜੀ ਹਾਂ, ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਤੇ ਹੋਟਲ ਵਾਲਿਆਂ ਦਾ ਕਹਿਣਾ ਹੈ ਕਿ ਜਿਹੜੇ ਉਹਨਾਂ ਦੇ ਸਟਾਫ ਦੇ ਮੈਂਬਰ ਇਸ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਨੂੰ ਹੁਣ ਨੌਕਰੀ ਖੋਣੀ ਪਏਗੀ, ਜਾਣੀ ਕਿ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਸਕਾਈ ਰੈਸਟੋਰੈਂਟ ਨੇ ਕਿਹਾ ਹੈ ਕਿ ਜਿਹੜੇ ਵੀ ਉਹਨਾਂ ਦੇ ਸਟਾਫ ਵਾਲੇ ਰਾਊਡੀ ਰੈਸਟੋਰੈਂਟ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਨੂੰ ਕੰਮ ਤੋਂ ਕੱਢਿਆ ਜਾਵੇਗਾ। ਇਸ ਪਾਰਟੀ ਤੋਂ ਬਾਅਦ 2 ਸਟਾਫ ਮੈਂਬਰਸ ਦੀ ਨੌਕਰੀ ਜਾ ਸਕਦੀ ਹੈ ਅਤੇ ਲੋਕਲ ਰੈਸਟੋਰੈਂਟ ਦੀ ਲੀਜ਼ ਦੇ ਉੱਪਰ ਵੀ ਇਸ ਦਾ ਖਤਰਾ ਮੰਡਰਾ ਰਿਹਾ ਹੈ। ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਨੌਜਵਾਨਾਂ ਦੀ ਭੀੜ ਦਿਖਾਈ ਦੇ ਰਹੀ ਹੈ ਜੋ ਕਿ ਇਕੱਠੇ ਡਾਂਸ ਕਰਦੇ ਦਿਖਾਈ ਦੇ ਰਹੇ ਨੇ। ਬਿਗ ਬਾਈਟ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਦੱਸਿਆ ਹੈ ਕਿ ਉਹਨਾਂ ਨੂੰ ਪਾਰਟੀ ਦੇ ਬਾਰੇ ਸ਼ਾਮ 7 ਵਜੇ ਪਤਾ ਚੱਲਿਆ। ਉੱਥੇ ਉਸ ਸਮੇਂ ਇੱਕ ਹੀ ਸਿਕਿਉਰਿਟੀ ਗਾਰਡ ਕੰਮ ਦੇ ਉੱਪਰ ਮੌਜੂਦ ਸੀ। ਹੁਣ ਤੱਕ 2 ਕੰਮ ਕਰਨ ਵਾਲਿਆਂ ਦੀ ਪਹਿਚਾਣ ਹੋਈ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕਿਸੇ ਨੂੰ ਕੋਈ ਵੀ ਜੁਰਮਾਨਾ ਨਹੀਂ ਲਗਾਇਆ ਗਿਆ ਅਤੇ ਨਾ ਹੀ ਕਿਸੇ ਦੇ ਉੱਪਰ ਕੋਈ ਚਾਰਜ ਲਗਾਇਆ ਗਿਆ। ਜਾਣਕਾਰੀ ਮੁਤਾਬਕ ਇਹ ਰੈਸਟੋਰੈਂਟ ਇੱਕ ਪ੍ਰਾਈਵੇਟ ਆਪਰੇਟਰ ਵੱਲੋਂ ਚਲਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਤੋਂ ਹੀ ਪ੍ਰੋਵਿੰਸ ਦੇ ਵਿੱਚ ਇੰਡੋਰ ਸੋਸ਼ਲ ਗੈਦਰਿੰਗ ਦੇ ਉੱਪਰ ਰੋਕ ਲਗਾਈ ਗਈ ਹੈ। ਇੱਥੇ ਲਗਾਤਾਰ ਕੋਵਿਡ-19 ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਕੱਠ ਨਾ ਕੀਤਾ ਜਾਵੇ, ਇਕੱਠ ਕਰਨ ਤੋਂ ਪਰਹੇਜ਼ ਕੀਤਾ ਜਾਵੇ, ਪਰ ਫਿਰ ਵੀ ਲੋਕਾਂ ਵੱਲੋਂ ਇਹਨਾਂ ਨਿਯਮਾਂ ਦਾ ਉਲੰਘਣ ਲਗਾਤਾਰ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਜਦੋਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਉਸ ਤੋਂ 1 ਘੰਟੇ ਬਾਅਦ ਹੀ ਇਹ ਪਾਰਟੀ ਕਰਵਾਈ ਗਈ। ਜੀ ਹਾਂ, ਇੱਕ ਪਾਸੇ ਬ੍ਰਿਟਿਸ਼ ਕੋਲੰਬੀਆ ਵੱਲੋਂ ਸਰਕਟ ਬ੍ਰੇਕਰ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਜੋ ਕਿ 3 ਹਫ਼ਤੇ ਤੱਕ ਜਾਰੀ ਰਹਿਣਗੀਆਂ, ਜਿੱਥੇ ਇਕੱਠ ਦੇ ਉੱਪਰ ਮਨਾ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਇਸ ਤਰ੍ਹਾਂ ਦੀ ਪਾਰਟੀ ਹੋਣਾ ਵਾਕਈ ਹੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਇਸੇ ਦੇ ਚੱਲਦਿਆਂ ਹੀ ਸਕਾਈ ਰੈਸਟੋਰੈਂਟ ਵੱਲੋਂ ਕਿਹਾ ਗਿਆ ਕਿ ਜਿਹੜੇ ਵੀ ਕਰਮਚਾਰੀ ਉਹਨਾਂ ਦੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਨੂੰ ਆਪਣੀ ਨੌਕਰੀ ਗਵਾਉਣੀ ਪਵੇਗੀ। ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਬ੍ਰਿਟਿਸ਼ ਕੋਲੰਬੀਆ ਵੱਲੋਂ ਕੱਲ ਸਖਤੀਆਂ ਦਾ ਐਲਾਨ ਕੀਤਾ ਗਿਆ ਜਿਹੜੀਆਂ ਕਿ ਲਾਗੂ ਹੋ ਚੁੱਕੀਆਂ ਹਨ। ਸਰਕਟ ਬ੍ਰੇਕਰ ਰਿਸਟ੍ਰਿਕਸ਼ਨਸ ਜੋ ਲਗਾਈਆਂ ਗਈਆਂ ਇਸ ਦੇ ਕਾਰਨ ਜਿਹੜੇ ਰੈਸਟੋਰੈਂਟ ਪਬ ਹਨ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਣਗੇ। ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕ ਇਸ ਗੱਲ ਦੀ ਦੁਹਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਕਿਹਾ ਕਿ ਇਹਨਾਂ ਪਾਬੰਦੀਆਂ ਦੇ ਕਾਰਨ ਉਹਨਾਂ ਨੂੰ ਇੱਕ ਭਾਰੀ ਨੁਕਸਾਨ ਸਹਿਣਾ ਪਵੇਗਾ। ਸਰੀ ਦੇ ਵਿੱਚ ਰੈਸਟੋਰੈਂਟ ਪਬ ਦੇ ਉੱਪਰ ਕਰੋਨਾ ਵਾਇਰਸ ਦੀਆਂ ਪਾਬੰਦੀਆਂ ਜੋ ਲਗਾਈਆਂ ਗਈਆਂ ਉਸ ਦਾ ਵੱਧ ਪ੍ਰਭਾਵ ਪਵੇਗਾ। ਜੀ ਹਾਂ, ਸਰੀ ਦੇ ਵਿੱਚ ਸਰਕਟ ਬ੍ਰੇਕਰ ਪਾਬੰਦੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਸ ਦਾ ਐਲਾਨ ਕੱਲ ਪ੍ਰੀਮੀਅਰ ਵੱਲੋਂ ਕੀਤਾ ਗਿਆ ਹੈ। ਦੱਸੀਏ ਕਿ ਇੱਥੇ ਕਰੋਨਾ ਵਾਇਰਸ ਦੇ ਜਿਹੜੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਤੇ ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਇੱਕ ਕਦਮ ਚੁੱਕਿਆ ਗਿਆ। ਪ੍ਰੋਵਿੰਸ਼ੀਅਲ ਹੈਲਥ ਆਫੀਸਰ ਵੱਲੋਂ ਕਿਹਾ ਗਿਆ ਕਿ ਇਹ ਸਮੇਂ ਦੀ ਜ਼ਰੂਰਤ ਸੀ। ਉਹਨਾਂ ਕਿਹਾ ਕਿ ਇਹਨਾਂ ਪਾਬੰਦੀਆਂ ਦਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਤਾਂ ਕਿ ਇੱਥੇ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ। ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੰਡੋਰ ਡਾਈਨਿੰਗ ਬੰਦ ਕਰ ਦਿੱਤੀ ਗਈ ਹੈ।
ਉਧਰ ਰੈਸਟੋਰੈਂਟ ਪਬ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਉਹਨਾਂ ਦਾ ਕਾਰੋਬਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਵੇਗਾ। ਪਹਿਲਾਂ ਵੀ ਕਾਫੀ ਲੰਬੇ ਸਮੇਂ ਅਜਿਹੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ। ਹੁਣ ਇੱਕ ਵਾਰ ਫੇਰ ਤੋਂ ਜਿਹੜੀਆਂ ਇਸ ਸਰਕਟ ਬ੍ਰੇਕਰ ਪਾਬੰਦੀਆਂ ਲਗਾਈਆਂ ਗਈਆਂ, ਇਸ ਦੇ ਕਾਰਨ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਨੁਕਸਾਨ ਸਹਿਣਾ ਪਵੇਗਾ। ਇੱਥੇ ਇਹ ਪਾਬੰਦੀਆਂ 3 ਹਫ਼ਤੇ ਤੱਕ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇੰਡੋਰ ਗਰੁੱਪ ਫਿਟਨੈਸ ਅਜਿਹੀਆਂ ਐਕਟੀਵਿਟੀਜ਼ ਦੇ ਉੱਪਰ ਵੀ ਰੋਕ ਲਗਾ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਵੀ 3 ਹਫ਼ਤਿਆਂ ਤੱਕ ਜਾਰੀ ਰਹਿਣਗੀਆਂ। ਇਹ ਜੋ ਸਖਤ ਕਦਮ ਸਰਕਾਰ ਵੱਲੋਂ ਚੁੱਕੇ ਗਏ ਨੇ, ਇਹ ਸਭ ਪ੍ਰੋਵਿੰਸ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਭਲਾਈ ਵਾਸਤੇ ਹੈ। ਪਰ ਉਧਰ ਜੋ ਵੱਖ-ਵੱਖ ਕਾਰੋਬਾਰਾਂ ਦੇ ਨਾਲ ਸੰਬੰਧਿਤ ਹਨ, ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕਾਰੋਬਾਰ ਦੇ ਉੱਪਰ ਇਸ ਦਾ ਅਸਰ ਪਵੇਗਾ ਅਤੇ ਉਹਨਾਂ ਨੂੰ ਇੱਕ ਵੱਡਾ ਨੁਕਸਾਨ ਝੱਲਣਾ ਪਵੇਗਾ। ਜਦੋਂ ਤੁਹਾਡੀ ਉਮਰ 91 ਸਾਲ ਹੋਵੇਗੀ ਤਾਂ ਤੁਸੀਂ ਕਿੱਥੇ ਹੋਵੋਗੇ? ਬਹੁਤ ਸਾਰੇ ਲੋਕ ਇਸ ਵੇਲੇ ਸੋਚਣਗੇ ਕਿ ਇਸ ਉਮਰ ਦੇ ਵਿੱਚ ਉਹ ਆਪਣਾ ਸਮਾਂ ਪੋਤੇ-ਪੋਤੀਆਂ, ਦੋਤੇ-ਦੋਤੀਆਂ ਦੇ ਨਾਲ ਬਿਤਾਉਂਦੇ ਹੋਣਗੇ। ਪਰ ਜੇਕਰ ਗੱਲ ਕਰੀਏ ਇੱਕ ਅਜਿਹੇ ਵਿਅਕਤੀ ਦੀ ਜੋ 91 ਸਾਲ ਦੀ ਉਮਰ ਦੇ ਵਿੱਚ ਵੀ ਇੱਕ ਪੁਲਿਸ ਅਧਿਕਾਰੀ ਦੇ ਤੌਰ ਦੇ ਉੱਪਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਇਸ ਵਿਅਕਤੀ ਵੱਲੋਂ ਰਿਟਾਇਰਮੈਂਟ ਲੈਣ ਦਾ ਕੋਈ ਵੀ ਅਜੇ ਪਲਾਨ ਨਹੀਂ ਹੈ, ਜਾਣੀ ਇਸ ਦੀ ਕੋਈ ਯੋਜਨਾ ਨਹੀਂ ਹੈ। ਇਸ ਸਮਿਥ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਰਿਟਾਇਰਮੈਂਟ ਉਦੋਂ ਲਵੇਗਾ ਜਦੋਂ ਰੱਬ ਨੂੰ ਮਨਜ਼ੂਰ ਹੋਵੇਗਾ। ਜੇ ਮੈਂ ਤੁਹਾਨੂੰ ਪੁੱਛਾਂ ਕਿ 91 ਸਾਲ ਦੀ ਉਮਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ, ਤਾਂ ਤੁਹਾਡਾ ਜਵਾਬ ਹੋਵੇਗਾ ਜਾਂ ਤੇ ਤੁਸੀਂ ਰਿਟਾਇਰ ਹੋ ਗਏ ਹੋਵੋਗੇ ਜਾਂ ਫਿਰ ਆਪਣੇ ਪੋਤੇ-ਪੋਤੀਆਂ ਦੇ ਨਾਲ, ਦੋਤੇ-ਦੋਤੀਆਂ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਪਰ ਉਮਰ ਚਾਹੇ ਜਿੰਨੇ ਮਰਜ਼ੀ ਹੋਵੇ, ਬਸ ਤੁਹਾਡੇ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ। ਉਹ ਇਸ ਕਰਕੇ ਕਿਉਂਕਿ ਅਜਿਹਾ ਇੱਕ 91 ਸਾਲ ਦਾ ਪੁਲਿਸ ਅਫਸਰ ਹੈ ਜਿਸ ਦਾ ਛੇਤੀ ਰਿਟਾਇਰ ਹੋਣ ਦਾ ਅਜੇ ਇਰਾਦਾ ਨਹੀਂ। ਇਸ ਦੀ ਇੱਕ ਵਾਰ ਉਮਰ ਸੁਣ ਕੇ ਤੁਸੀਂ ਸਭ ਹੈਰਾਨ ਜ਼ਰੂਰ ਹੋਵੋਗੇ, ਪਰ ਇਹ ਸੱਚ ਹੈ। ਇਸ ਆਫੀਸਰ ਦਾ ਨਾਮ ਸਮਿਥ ਹੈ, ਜਿਸ ਵੱਲੋਂ ਲਾਅ ਐਨਫੋਰਸਮੈਂਟ ਵਿੱਚ 56 ਸਾਲ ਤੋਂ ਵੱਧ ਕੰਮ ਕੀਤਾ ਗਿਆ। ਹੁਣ ਮਈ ਮਹੀਨੇ ਦੇ ਵਿੱਚ ਇਸ ਆਫੀਸਰ ਦਾ 92ਵਾਂ ਜਨਮ ਦਿਨ ਆਉਣ ਵਾਲਾ ਹੈ। ਜਦੋਂ ਵੀ ਇਸ ਆਫੀਸਰ ਨੂੰ ਰਿਟਾਇਰਮੈਂਟ ਦੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸ ਦਾ ਜਵਾਬ ਹੁੰਦਾ ਹੈ ਉਹ ਰਿਟਾਇਰਮੈਂਟ ਉਦੋਂ ਲਵੇਗਾ ਜਦੋਂ ਰੱਬ ਨੂੰ ਮਨਜ਼ੂਰ ਹੋਵੇਗੀ। ਇਹ ਅਧਿਕਾਰੀ ਆਰਕਨਜ਼ਾ ਦੇ ਛੋਟੇ ਜਿਹੇ ਸ਼ਹਿਰ ਤੋਂ ਹੈ। ਜਦੋਂ ਇਸ ਵੱਲੋਂ ਪਹਿਲਾਂ ਰਿਟਾਇਰਮੈਂਟ ਲਈ ਗਈ ਸੀ, ਉਸ ਤੋਂ ਪਹਿਲਾਂ 46 ਸਾਲ ਸ਼ੈਰਿਫ ਡਿਪਟੀ ਵੀ ਇਹ ਅਧਿਕਾਰੀ ਰਿਹਾ। ਪਰ ਉਸ ਤੋਂ ਕੁਝ ਸਮੇਂ ਬਾਅਦ ਹੀ, ਜਾਣੀ ਕਿ ਕੁਝ ਮਹੀਨਿਆਂ ਬਾਅਦ ਹੀ, ਉਸ ਨੂੰ ਐਵੇਂ ਲੱਗਣ ਲੱਗਾ ਜਿਵੇਂ ਉਸ ਦੀ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਕਿਧਰੇ ਗਵਾਚ ਗਿਆ ਹੋਵੇ। ਸਮਿਥ ਦੀ ਜੇਕਰ ਗੱਲ ਕਰੀਏ ਤਾਂ ਪੂਰੇ ਟਾਊਨ ਦੇ ਆਸ-ਪਾਸ ਦੇ ਲੋਕ ਵੀ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਸਤਿਕਾਰ ਵੀ ਕਰਦੇ ਨੇ। ਇਸ ਦੇ ਸਾਥੀ ਵੀ ਸਮਿਥ ਦੀ ਤਾਰੀਫ ਕਰਦੇ ਨਹੀਂ ਥੱਕਦੇ। ਕੰਮ ਦੇ ਪ੍ਰਤੀ ਉਸਦੇ ਇਰਾਦੇ ਕਿੰਨੇ ਮਜ਼ਬੂਤ ਹਨ, ਇਸ ਦੇ ਬਾਰੇ ਵੀ ਅਕਸਰ ਉਹ ਗੱਲ ਕਰਦੇ ਨਜ਼ਰ ਆਉਂਦੇ ਨੇ। ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਚਾਹੇ ਸਮਾਂ ਕਿਸ ਤਰ੍ਹਾਂ ਦਾ ਵੀ ਹੋਵੇ, ਉਹ ਡਿਊਟੀ ਨੂੰ ਹਮੇਸ਼ਾ ਪਹਿਲ ਦਿੰਦਾ ਹੈ। ਪੀਲ ਵਾਸੀਆਂ ਦੇ ਲਈ ਓਪੀਓਇਡ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ, ਜਿੱਥੇ ਬਹੁਤ ਸਾਰੇ ਲੋਕਾਂ ਦੀ ਇਸ ਦੇ ਨਾਲ ਜਾਨ ਜਾ ਰਹੀ ਹੈ। ਹਰ ਸਾਲ ਜਿਹੜਾ ਇਹ ਅੰਕੜਾ ਵਧਦਾ ਹੀ ਜਾ ਰਿਹਾ ਹੈ। ਇਸ ਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਸਮਾਂ ਰਹਿੰਦਿਆਂ ਕੋਈ ਸਖਤ ਕਦਮ ਚੁੱਕਿਆ ਜਾਵੇ। ਓਪੀਓਇਡ ਓਵਰਡੋਜ਼ ਨੇ 2020 ਦੇ ਦੌਰਾਨ ਕਈ ਪੀਲ ਵਾਸੀਆਂ ਦੀ ਜਾਨ ਲਈ। 2 ਸਾਲ ਪਹਿਲਾਂ ਪੀਲ ਐਸੋਸੀਏਸ਼ਨ ਮੈਡੀਕਲ ਆਫੀਸਰ ਦੇ ਵੱਲੋਂ ਇਸ ਬਾਰੇ ਭਵਿੱਖਬਾਣੀ ਕੀਤੀ ਗਈ ਸੀ। 2019 ਦੇ ਵਿੱਚ ਉਹਨਾਂ ਕਿਹਾ ਕਿ ਓਪੀਓਇਡ ਦੇ ਨਾਲ ਸੰਬੰਧਿਤ ਮੌਤਾਂ ਅਤੇ ਹਸਪਤਾਲਾਂ ਦੇ ਵਿੱਚ ਗਿਣਤੀ ਵਧੇਗੀ। ਉਸ ਸਮੇਂ ਦੇਖਿਆ ਗਿਆ ਸੀ ਕਿ ਬਹੁਤੇ ਲੋਕਾਂ ਦੀ ਜਾਨ ਜਾ ਰਹੀ ਹੈ ਅਤੇ ਕਈਆਂ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਨਾ ਪੈ ਰਿਹਾ ਹੈ। 2005 ਅਤੇ 2017 ਦੇ ਦੌਰਾਨ ਦੇਖਿਆ ਗਿਆ ਕਿ ਓਵਰਡੋਜ਼ ਦੇ ਨਾਲ ਕਈ ਮੌਤਾਂ ਹੋਈਆਂ ਅਤੇ ਕਈਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ। 2003 ਦੇ ਮੁਕਾਬਲੇ ਹਸਪਤਾਲਾਂ ਦੇ ਵਿੱਚ ਗਿਣਤੀ ਵਧ ਰਹੀ ਸੀ। ਆਫੀਸਰਸ ਨੇ ਕਿਹਾ ਕਿ ਲੱਗਦਾ ਹੈ ਕਿ ਠੀਕ ਹੋਣ ਤੋਂ ਪਹਿਲਾਂ ਹਾਲਾਤ ਹੋਰ ਵੀ ਜ਼ਿਆਦਾ ਵਿਗੜਨਗੇ, ਪਰ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਕਿ ਇਹ ਹਾਲਾਤ ਇੰਨੇ ਖਤਰਨਾਕ ਹੋ ਸਕਦੇ ਨੇ। 2019 ਦੇ ਖਤਮ ਹੋਣ ਤੋਂ ਬਾਅਦ 114 ਪੀਲ ਵਾਸੀਆਂ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ। 2018 ਤੋਂ ਇਸ ਦੇ ਵਿੱਚ 41% ਦਾ ਵਾਧਾ ਦੇਖਿਆ ਗਿਆ। 2020 ਦੇ ਦੌਰਾਨ ਹਾਲਾਤ ਹੋਰ ਵੀ ਵਿਗੜੇ। ਇਸ ਦੌਰਾਨ ਇੱਕ ਪੈਂਡੈਮਿਕ ਦਾ ਪ੍ਰਭਾਵ ਸੀ ਤੇ ਦੂਜਾ ਓਪੀਓਇਡ ਓਵਰਡੋਜ਼ ਦਾ। ਜਨਵਰੀ ਅਤੇ ਅਕਤੂਬਰ 2020 ਦਰਮਿਆਨ 121 ਲੋਕਾਂ ਦੀ ਜਾਨ ਗਈ। ਪੀਲ ਦੇ ਨਾਲ-ਨਾਲ ਪ੍ਰੋਵਿੰਸ ਦੇ ਹੋਰ ਕਈ ਹਿੱਸਿਆਂ ਦੇ ਵਿੱਚ ਵੀ ਇਸ ਦਾ ਪ੍ਰਭਾਵ ਦੇਖਿਆ ਗਿਆ। ਨਵੰਬਰ 2020 ਦੇ ਦੌਰਾਨ ਇੱਕ ਪਬਲਿਕ ਹੈਲਥ ਓਨਟਾਰੀਓ ਦੀ ਰਿਪੋਰਟ ਦੇ ਵਿੱਚ ਪਤਾ ਚੱਲਿਆ ਕਿ ਪੀਲ ਦੇ ਵਿੱਚ ਇਹ ਕਾਫੀ ਵੱਧ ਅਸਰ ਦਿਖਾ ਰਿਹਾ ਹੈ। ਮਾਰਚ ਤੋਂ ਮਈ 2020 ਦੌਰਾਨ 54 ਪੀਲ ਵਾਸੀਆਂ ਦੀ ਜਾਨ ਗਈ। ਪਿਛਲੇ ਸਾਲ ਤੋਂ ਇਹ 35% ਵੱਧ ਸੀ।
ਓਨਟਾਰੀਓ ਦੇ ਵਿੱਚ 38 ਮੌਤਾਂ ਇਸ ਦੇ ਨਾਲ ਜੁੜੀਆਂ ਸਨ, ਜੋ ਕਿ ਪੈਂਡੈਮਿਕ ਦੇ 15 ਹਫ਼ਤਿਆਂ ਦੌਰਾਨ ਸਨ। ਇਸ ਦੇ ਨਾਲ ਹੀ 46 ਮੌਤਾਂ ਹਰ ਹਫ਼ਤੇ ਹੋ ਰਹੀਆਂ ਸਨ। PHO ਵੱਲੋਂ ਇਸ ਦੇ ਉੱਪਰ ਤੁਰੰਤ ਕਾਰਵਾਈ ਕਰਨ ਜਾਣੀ ਕਿ ਕਦਮ ਚੁੱਕਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਤ ਇਸ ਤੋਂ ਵੀ ਵੱਧ ਖਰਾਬ ਹੋਣ, ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਵੇਲਾ ਆ ਗਿਆ ਜਦੋਂ ਇਸ ਓਵਰਡੋਜ਼ ਦੇ ਖਿਲਾਫ ਸਖਤ ਕਦਮ ਚੁੱਕੇ ਜਾਣ। ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ PNP ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਤਹਿਤ 284 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ਦੱਸਦੀਏ ਕਿ ਕੈਨੇਡਾ ਵੱਲੋਂ ਜੋ ਆਪਣੀ ਨਵੀਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਟੀਚਾ ਰੱਖਿਆ ਗਿਆ, ਉਸ ਦੇ ਚੱਲਦਿਆਂ ਹੁਣ ਜ਼ਿਆਦਾ ਤੋਂ ਜ਼ਿਆਦਾ ਡਰਾਅ ਕੱਢੇ ਜਾ ਰਹੇ ਨੇ। ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ PNP ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ। ਇਹ ਡਰਾਅ ਮਾਰਚ 31 ਨੂੰ ਕੱਢਿਆ ਗਿਆ, ਜਿਸ ਦੇ ਤਹਿਤ 284 PNP ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਜਿਨ੍ਹਾਂ ਨੂੰ ਵੀ ਸੱਦੇ ਜਾਰੀ ਹੋਏ, ਉਹਨਾਂ ਕੋਲ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਨੋਮੀਨੇਸ਼ਨ ਹੋਣਾ ਜ਼ਰੂਰੀ ਸੀ। ਇਸ ਕਰਕੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਕੱਟ ਆਫ ਸਕੋਰ 778 ਰਿਹਾ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਦਾ ਕੱਟ ਆਫ ਸਕੋਰ ਕਾਫੀ ਜ਼ਿਆਦਾ ਸੀ, ਕਿਉਂਕਿ ਪਿਛਲੀ ਵਾਰ ਦਾ ਕੱਟ ਆਫ ਸਕੋਰ 449 ਸੀ। ਦੱਸਦੀਏ ਕਿ ਉਮੀਦਵਾਰਾਂ ਦੇ ਕੋਲ ਘੱਟੋ ਘੱਟ 778 ਸਕੋਰ ਹੋਣੇ ਜ਼ਰੂਰੀ ਸਨ ਅਤੇ ਮਾਰਚ 16, 2021 ਤੋਂ ਪਹਿਲਾਂ ਉਹਨਾਂ ਵੱਲੋਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਾਉਣੀ ਵੀ ਜ਼ਰੂਰੀ ਸੀ। ਦੱਸਦੀਏ ਕਿ ਕੈਨੇਡਾ ਦੇ ਬਾਰਡਰ ਅਜੇ ਵੀ ਨਾਨ ਐਸੈਂਸ਼ੀਅਲ ਟਰੈਵਲ ਦੇ ਲਈ ਬੰਦ ਰੱਖੇ ਗਏ ਨੇ, ਜਿਸ ਦਾ ਮਤਲਬ ਹੈ ਕਿ ਅਜੇ ਵੀ ਇਹਨਾਂ ਨੂੰ ਨਾਨ ਐਸੈਂਸ਼ੀਅਲ ਟਰੈਵਲ ਦੇ ਲਈ ਨਹੀਂ ਖੋਲ੍ਹਿਆ ਜਾ ਰਿਹਾ। ਇਸੇ ਦੇ ਚੱਲਦਿਆਂ ਵੀ ਦੇਖਿਆ ਜਾ ਰਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ PNP ਡਰਾਅ ਕੱਢੇ ਜਾ ਰਹੇ ਨੇ, ਤਾਂ ਕਿ ਜੋ ਕੈਨੇਡਾ ਵੱਲੋਂ ਆਪਣਾ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਟੀਚਾ ਰੱਖਿਆ ਗਿਆ, ਉਸ ਨੂੰ ਪੂਰਾ ਕੀਤਾ ਜਾਵੇ। ਦੱਸ ਦਈਏ ਕਿ ਇਸ ਵਾਰ ਕੈਨੇਡਾ ਵੱਲੋਂ ਇਹ ਟੀਚਾ ਰੱਖਿਆ ਗਿਆ ਕਿ 2021 ਤੋਂ ਲੈ ਕੇ 2023 ਤੱਕ ਹਰ ਸਾਲ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ। ਇਸੇ ਦੇ ਚੱਲਦਿਆਂ ਆਪਣੇ ਟੀਚੇ ਨੂੰ ਲੈ ਕੇ ਕਾਫੀ ਕੈਨੇਡਾ ਗੰਭੀਰ ਵੀ ਨਜ਼ਰ ਆ ਰਿਹਾ ਹੈ। ਅਲਬਰਟਾ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 300 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ਇਸ ਸਾਲ ਅਲਬਰਟਾ ਵੱਲੋਂ ਕਿੰਨੇ ਡਰਾਅ ਕੱਢੇ ਜਾਣਗੇ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਪਿਛਲੇ ਸਾਲ 2020 ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਜੋ ਟੀਚਾ ਰੱਖਿਆ ਗਿਆ ਸੀ ਉਹ ਪੂਰਾ ਨਹੀਂ ਹੋ ਸਕਿਆ। ਪਹਿਲੇ ਹਾਫ ਜਾਣੀ ਕਿ ਸਾਲ ਦੇ ਪਹਿਲੇ ਹਾਫ ਦੌਰਾਨ ਹੀ ਡਰਾਅ ਕੱਢੇ ਗਏ, ਦੂਸਰੇ ਹਾਫ ਦੌਰਾਨ ਡਰਾਅ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦਾ ਕਾਰਨ ਕੋਰੋਨਾ ਵਾਇਰਸ ਦੱਸਿਆ ਗਿਆ। ਅਲਬਰਟਾ ਵੱਲੋਂ ਇੱਕ ਹੋਰ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਾਸਤੇ 301 CRS ਸਕੋਰਸ ਦੀ ਜ਼ਰੂਰਤ ਸੀ। ਇਹ ਡਰਾਅ ਮਾਰਚ 26 ਨੂੰ ਕੱਢਿਆ ਗਿਆ, ਜਿੱਥੇ ਅਲਬਰਟਾ ਵੱਲੋਂ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦਾ ਮੌਕਾ ਜਾਣੀ ਕਿ ਸੱਦਾ ਦਿੱਤਾ ਗਿਆ। ਦੱਸਿਏ ਕਿ ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਤਹਿਤ 300 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਅਜਿਹਾ ਲਗਾਤਾਰ ਦੂਸਰੀ ਵਾਰ ਸੀ ਜਦੋਂ ਕੈਂਡੀਡੇਟਸ ਜਾਣੀ ਕਿ ਉਮੀਦਵਾਰਾਂ ਨੂੰ ਸਿਰਫ 301 ਕੰਪਰੀਹੈਂਸਿਵ ਰੈਂਕਿੰਗ ਸਕੋਰਸ ਦੀ ਜ਼ਰੂਰਤ ਸੀ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਸੱਦੇ ਲੈਣ ਦੇ ਵਾਸਤੇ ਉਮੀਦਵਾਰਾਂ ਦੀ ਐਕਸਪ੍ਰੈਸ ਐਂਟਰੀ ਸਿਸਟਮ ਦੇ ਅਧੀਨ ਪ੍ਰੋਫਾਈਲ ਹੋਣੀ ਜ਼ਰੂਰੀ ਹੈ। ਦੱਸਦੀਏ ਕਿ ਐਕਸਪ੍ਰੈਸ ਐਂਟਰੀ ਕੈਨੇਡਾ ਦੇ 3 ਫੈਡਰਲ ਹਾਈ ਸਕਿਲਡ ਇਮੀਗ੍ਰੇਸ਼ਨ ਪਾਥਵੇ ਦੇ ਵਾਸਤੇ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ। ਇਹ 3 ਪਾਥਵੇ ਹਨ: ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ। ਜੇਕਰ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਾਸਤੇ ਐਲੀਜੀਬਲ ਹੋ ਤਾਂ ਇਸ ਦੇ ਲਈ ਤੁਹਾਨੂੰ CRS ਬੇਸਡ ਸਕੋਰ ਦਿੱਤੇ ਜਾਂਦੇ ਹਨ। ਇਸ ਦੇ ਵਿੱਚ ਤੁਹਾਡੀ ਉਮਰ, ਪੜ੍ਹਾਈ, ਕੰਮ ਦੇ ਤਜਰਬੇ ਅਤੇ ਭਾਸ਼ਾ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਦੱਸ ਦਈਏ ਕਿ 2020 ਦੇ ਦੌਰਾਨ ਅਲਬਰਟਾ ਵੱਲੋਂ 6250 ਇਨਵੀਟੇਸ਼ਨ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਸੀ, ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਅਜਿਹਾ ਨਹੀਂ ਹੋ ਸਕਿਆ। ਪ੍ਰੋਵਿੰਸ ਵੱਲੋਂ 4000 ਨੋਮੀਨੇਸ਼ਨ ਹੀ ਜਾਰੀ ਕੀਤੇ ਗਏ। ਇਹ ਸੱਦੇ ਜੂਨ 2020 ਤੱਕ ਹੀ ਜਾਰੀ ਕੀਤੇ ਗਏ ਸਨ। ਦੂਸਰੇ ਹਾਫ ਦੇ ਵਿੱਚ ਕੋਈ ਵੀ ਡਰਾਅ ਨਹੀਂ ਕੱਢਿਆ ਗਿਆ। ਅਲਬਰਟਾ ਵੱਲੋਂ 2021 ਦੇ ਵਾਸਤੇ ਕੀ ਟੀਚਾ ਰੱਖਿਆ ਗਿਆ ਹੈ, ਕਿੰਨੇ ਉਹਨਾਂ ਵੱਲੋਂ ਡਰਾਅ ਕੱਢੇ ਜਾਣਗੇ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰ ਇੱਥੇ ਦੱਸਣਾ ਬਣਦਾ ਹੈ ਕਿ 2021 ਹੁਣ ਤੱਕ ਅਲਬਰਟਾ ਵੱਲੋਂ 1009 ਸੱਦੇ ਜਾਰੀ ਕਰ ਦਿੱਤੇ ਗਏ ਨੇ। ਅਮਰੀਕਾ ਤੋਂ H1B ਵੀਜ਼ਾ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ 2022 ਦੇ ਵਾਸਤੇ ਜੋ ਕੋਟਾ ਤੈਅ ਕੀਤਾ ਗਿਆ ਹੈ ਉਸ ਦੇ ਵਾਸਤੇ ਐਪਲੀਕੇਸ਼ਨਸ ਮਿਲ ਚੁੱਕੀਆਂ ਨੇ, ਜਿਸ ਦੇ ਉੱਪਰ ਅੱਗੇ ਦਾ ਕੰਮ ਜਾਣੀ ਕਿ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। H1B ਵੀਜ਼ਾ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ 2022 ਦੇ ਵਾਸਤੇ ਅਮਰੀਕਾ ਵੱਲੋਂ ਜੋ H1B ਵੀਜ਼ਾ ਦੇ ਨਾਲ ਸੰਬੰਧਿਤ ਕੋਟਾ ਤੈਅ ਕੀਤਾ ਗਿਆ ਸੀ, ਉਸ ਦੇ ਲਈ ਐਪਲੀਕੇਸ਼ਨਸ ਮਿਲ ਚੁੱਕੀਆਂ ਹਨ। ਹੁਣ ਫੈਡਰਲ ਏਜੰਸੀ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਵੱਲੋਂ ਐਪਲੀਕੇਸ਼ਨਸ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਦੀ ਚੋਣ ਹੋ ਗਈ ਹੈ
ਉਹ 1 ਅਪ੍ਰੈਲ 2021 ਤੋਂ ਐਪਲੀਕੇਸ਼ਨ ਪ੍ਰੋਸੈਸ ਸ਼ੁਰੂ ਕਰ ਸਕਦੇ ਹਨ। ਦੱਸਿਏ ਕਿ ਟਰੰਪ ਪ੍ਰਸ਼ਾਸਨ ਵੱਲੋਂ H-1B ਵੀਜ਼ਾ ਦੇ ਨਾਲ ਸੰਬੰਧਿਤ ਸਖਤੀ ਕੀਤੀ ਗਈ ਸੀ। ਉਹਨਾਂ ਵੱਲੋਂ ਰੋਕ ਲਗਾਈ ਗਈ ਸੀ। ਬਾਈਡਨ ਪ੍ਰਸ਼ਾਸਨ ਨੇ ਫਰਵਰੀ 2021 ਦੇ ਵਿੱਚ ਟਰੰਪ ਪ੍ਰਸ਼ਾਸਨ ਦੀ H-1B ਵੀਜ਼ਾ ਪਾਲਿਸੀ ਨੂੰ ਕੁਝ ਹੋਰ ਸਮੇਂ ਤੱਕ ਰੋਕਣ ਦਾ ਫੈਸਲਾ ਕੀਤਾ ਸੀ ਤਾਂ ਕਿ ਇਮੀਗ੍ਰੇਸ਼ਨ ਏਜੰਸੀ ਨੂੰ ਰਜਿਸਟ੍ਰੇਸ਼ਨ ਦੇ ਵਿੱਚ ਤਬਦੀਲ ਕਰਨ ਅਤੇ ਉਸ ਨੂੰ ਲਾਗੂ ਕਰਨ ਦੇ ਲਈ ਸਮਾਂ ਮਿਲ ਸਕੇ। ਇਸ ਦੇ ਨਾਲ ਹੀ 7 ਜਨਵਰੀ ਨੂੰ ਲੋਟਰੀ ਸਿਸਟਮ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ। ਦੱਸਿਏ ਕਿ ਇਹ ਵੀਜ਼ਾ ਕਿਸੇ ਨੂੰ ਵੀ ਅਮਰੀਕਾ ਦੇ ਵਿੱਚ 6 ਸਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਅਮਰੀਕਾ ਦੀਆਂ ਕੰਪਨੀਆਂ ਦੇ ਵੱਲੋਂ ਇਹ ਵੀਜ਼ਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਕਮੀ ਹੋਵੇ, ਜਾਣੀ ਕਿ ਜਿਹੜੇ ਕੰਮ ਕਰਨ ਵਾਲਿਆਂ ਦੀ ਅਮਰੀਕਾ ਦੇ ਵਿੱਚ ਕਮੀ ਹੋਵੇ। ਇਸ ਵੀਜ਼ੇ ਦੇ ਲਈ ਕਈ ਸ਼ਰਤਾਂ ਵੀ ਰੱਖੀਆਂ ਗਈਆਂ। ਇਹਨਾਂ ਸ਼ਰਤਾਂ ਦੇ ਵਿੱਚ ਵਿਅਕਤੀ ਦਾ ਗ੍ਰੈਜੂਏਟ ਹੋਣਾ ਅਤੇ ਕਿਸੇ ਇੱਕ ਖੇਤਰ ਦੇ ਵਿੱਚ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਸ ਦੀ ਸਾਲਾਨਾ ਤਨਖਾਹ $60,000 ਹੋਣੀ ਜ਼ਰੂਰੀ ਹੈ। ਇਹ ਸਾਰੇ ਜਾਣਦੇ ਨੇ ਕਿ ਇਹ ਵੀਜ਼ਾ ਕਿੰਨਾ ਜ਼ਿਆਦਾ ਪਪੂਲਰ ਹੈ। ਇਸ ਨੂੰ ਹਰ ਸਾਲ ਲੋਟਰੀ ਦੇ ਰਾਹੀਂ ਜਾਰੀ ਕੀਤਾ ਜਾਂਦਾ ਹੈ। ਓਨਟਾਰੀਓ ਦੇ ਵਿੱਚ ਲਗਾਤਾਰ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਓਨਟਾਰੀਓ ਦੇ ਵਿੱਚ ਮੁੜ ਤੋਂ ਸਖਤੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਦਾ ਐਲਾਨ ਪ੍ਰੀਮੀਅਰ ਵੱਲੋਂ ਕੱਲ੍ਹ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਇਸ ਦੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਨੇ। ਇੱਥੇ ਕੁਝ ਦਿਨਾਂ ਤੋਂ 2000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਇਸ ਸਭ ਨੂੰ ਦੇਖਦਿਆਂ ਹੁਣ ਪ੍ਰੀਮੀਅਰ ਡਗ ਫੂਡ ਵੱਲੋਂ ਸਖਤੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2333 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਇਹ ਲਗਾਤਾਰ ਅਜਿਹਾ 7ਵਾਂ ਦਿਨ ਹੈ ਜਦੋਂ 2000 ਤੋਂ ਜ਼ਿਆਦਾ ਮਾਮਲੇ ਰਿਕਾਰਡ ਕੀਤੇ ਗਏ ਹੋਣ। ਪਿਛਲੇ ਕੁਝ ਹਫ਼ਤਿਆਂ ਦੌਰਾਨ ਓਨਟਾਰੀਓ ਵੱਲੋਂ ਵੱਖ-ਵੱਖ ਹਿੱਸਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਢਿੱਲ ਦਿੱਤੀ ਗਈ ਸੀ। ਓਨਟਾਰੀਓ ਵੱਲੋਂ ਜੋ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ 421 ਲੋਕ ICU ਦੇ ਵਿੱਚ ਹਨ। ਕਿਊਬੈਕ ਤੋਂ ਕਰੋਨਾ ਵਾਇਰਸ ਦੇ 1025 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 9 ਜਾਨਾਂ ਇਸ ਵਾਇਰਸ ਦੇ ਕਰਕੇ ਚਲੀਆਂ ਗਈਆਂ। ਹੁਣ ਤੱਕ 3,11,091 ਇੱਥੇ ਕਨਫਰਮਡ ਕੇਸ ਨੇ। 10,667 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ 485 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 120 ਇੰਟੈਂਸਿਵ ਕੇਅਰ ਅਧੀਨ ਹਨ। ਬੀਤੇ 24 ਘੰਟਿਆਂ ਦੌਰਾਨ 42,298 ਵੈਕਸੀਨ ਡੋਜ਼ ਦਿੱਤੀਆਂ ਗਈਆਂ। ਮੈਨੀਟੋਬਾ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਵੇਰੀਐਂਟ ਦੇ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਇੱਥੇ ਹੁਣ 17 ਨਵੇਂ ਕਰੋਨਾ ਵਾਇਰਸ ਨਵੇਂ ਰੂਪ ਦੇ ਮਾਮਲੇ ਦਰਜ ਕੀਤੇ ਗਏ। ਕੈਨੇਡਾ ਦੇ ਵਿੱਚ ਹੁਣ ਤੱਕ 9,80,000 ਦੇ ਕਰੀਬ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 22,951 ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ। ਉਧਰ ਕੈਨੇਡਾ ਦੇ ਵਿੱਚ 9,10,000 ਅਜਿਹੇ ਮਾਮਲੇ ਨੇ ਜਿਨ੍ਹਾਂ ਵੱਲੋਂ ਕੋਵਿਡ-19 ਨੂੰ ਮਾਤ ਦਿੱਤੀ ਗਈ, ਜਾਣੀ ਕਿ ਰਿਕਵਰਡ ਕੇਸ ਨੇ। ਕਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਕਰਕੇ ਔਰਤ ਨੂੰ $2,800 ਦਾ ਜੁਰਮਾਨਾ ਲਗਾਇਆ ਗਿਆ। ਇਹ ਔਰਤ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਈ ਸੀ ਕਿਉਂਕਿ ਇੱਥੇ ਪ੍ਰੋਵਿੰਸ ਦੇ ਵਿੱਚ ਜੋ ਗਾਈਡਲਾਈਨਸ ਹਨ, ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਮੁਤਾਬਕ 10 ਤੋਂ ਵੱਧ ਜਾਣੇ ਨਹੀਂ ਇਕੱਠੇ ਹੋ ਸਕਦੇ, ਪਰ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਇਸ ਦੇ ਵਿੱਚ 10 ਤੋਂ ਵੱਧ ਲੋਕ ਸ਼ਾਮਿਲ ਸਨ। ਰਜੀਨਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਔਰਤ ਨੂੰ $2,800 ਦਾ ਜੁਰਮਾਨਾ ਲਗਾਇਆ ਗਿਆ। ਇਹ ਜੁਰਮਾਨਾ ਕੋਵਿਡ-19 ਪਬਲਿਕ ਹੈਲਥ ਆਰਡਰ ਦੇ ਉਲੰਘਣ ਦੇ ਚੱਲਦਿਆਂ ਲਗਾਇਆ ਗਿਆ। ਦਰਅਸਲ ਇਹ ਔਰਤ ਪ੍ਰੋਟੈਸਟ ਦੇ ਵਿੱਚ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਈ ਸੀ, ਜਿਸ ਦੌਰਾਨ ਉਸ ਵੱਲੋਂ ਉਲੰਘਣ ਕੀਤਾ ਗਿਆ। ਰਜੀਨਾ ਪੁਲਿਸ ਸਰਵਿਸ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ $2,800 ਦਾ ਇਸ ਔਰਤ ਨੂੰ ਕਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਉੱਪਰ ਜੁਰਮਾਨਾ ਲਗਾਇਆ ਗਿਆ। ਦਰਅਸਲ ਇਸ ਔਰਤ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਦੌਰਾਨ ਨਿਯਮਾਂ ਦਾ ਉਲੰਘਣ ਕੀਤਾ ਗਿਆ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਮਲਾ ਦੁਪਹਿਰ 1:45 ਉੱਪਰ ਵਿਕਟੋਰੀਆ ਪਾਰਕ ਦੇ ਵਿੱਚ ਵਾਪਰਿਆ। ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨ ਦੇ ਵਿੱਚ 60 ਲੋਕ ਸ਼ਾਮਲ ਸਨ, ਜੋ ਕਿ ਸਸਕੈਚੁਆਨ ਪਬਲਿਕ ਹੈਲਥ ਐਕਟ ਦੇ ਵਿਰੁੱਧ ਹੈ। ਜਿਹੜੀਆਂ ਇੱਥੇ ਮੌਜੂਦਾ ਹੈਲਥ ਗਾਈਡਲਾਈਨਸ ਨੇ ਉਸ ਦੇ ਮੁਤਾਬਕ ਪਬਲਿਕ ਅਤੇ ਪ੍ਰਾਈਵੇਟ ਆਊਟਡੋਰ ਗੈਦਰਿੰਗ ਦੇ ਵਿੱਚ ਸਿਰਫ 10 ਜਾਣੇ ਸ਼ਾਮਿਲ ਹੋ ਸਕਦੇ ਨੇ। ਇਸ ਤੋਂ ਜ਼ਿਆਦਾ ਦੇ ਸ਼ਾਮਿਲ ਹੋਣ ਦੇ ਉੱਪਰ ਰੋਕ ਲਗਾਈ ਗਈ ਹੈ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਇਹ ਪ੍ਰਦਰਸ਼ਨ ਬਹੁਤ ਜ਼ਿਆਦਾ ਸ਼ਾਂਤਮਈ ਸੀ। ਇਸ ਦੌਰਾਨ ਨਾ ਤੇ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਸਖਤੀ ਦੇ ਨਾਲ ਕਦਮ ਚੁੱਕਿਆ ਗਿਆ। ਪੁਲਿਸ ਵੱਲੋਂ ਟਿਕਟ ਜਾਰੀ ਕਰਨ ਤੋਂ ਪਹਿਲਾਂ ਸਸਕੈਚੁਆਨ ਹੈਲਥ ਅਥਾਰਟੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਹੋਰ ਜਾਂਚ ਤੋਂ ਬਾਅਦ ਟਿਕਟਾਂ ਜਾਰੀ ਕੀਤੀਆਂ ਜਾ ਸਕਦੀਆਂ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ।
ਜਨਵਰੀ ਮਹੀਨੇ ਕੈਨੇਡਾ ਦੀ ਆਰਥਿਕਤਾ ਨੂੰ ਮਿਲਿਆ ਹੁਲਾਰਾ, ਹੌਲੀ-ਹੌਲੀ ਹੋ ਰਿਹਾ ਸੁਧਾਰ। ਹੁਣ ਬੱਚਿਆਂ ਦੇ ਵੀ ਲੱਗਣਗੇ ਕਰੋਨਾ ਟੀਕੇ। ਫਾਈਜ਼ਰ ਨੇ ਦੱਸਿਆ ਕਿ ਬੱਚਿਆਂ ਤੇ ਵੀ ਟੀਕਾ ਸੁਰੱਖਿਅਤ। ਸਸਕੈਚੁਆਨ ਦੇ ਵਿੱਚ ਆਇਆ ਬਰਫੀਲਾ ਤੂਫਾਨ, ਪੰਜਾਬੀ ਦੀ ਹੋਈ ਮੌਤ। BC ਪਾਬੰਦੀਆਂ ਦੇ 1 ਘੰਟੇ ਬਾਅਦ ਹੀ ਹੋਈ ਪਾਰਟੀ। ਹੋਟਲ ਵਾਲੇ ਪਾਰਟੀ ਵਿੱਚ ਸ਼ਾਮਿਲ ਸਟਾਫ ਮੈਂਬਰਾਂ ਨੂੰ ਕੱਢਣਗੇ ਨੌਕਰੀ ਤੋਂ। ਸਰੀ ਦੀਆਂ ਪਾਬੰਦੀਆਂ ਦੇ ਨਾਲ ਹੋਵੇਗਾ ਨੁਕਸਾਨ, ਹੋਟਲ ਤੇ ਪੱਬ ਵਾਲਿਆਂ ਨੇ ਦੱਸੀ ਪਰੇਸ਼ਾਨੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।